4 ਸਾਲ ਤੋਂ ਔਰ ਉਹਦੇ ਵਿੱਚ ਕਦੀ ਤੋਸ਼ਾਖਾਨਾ ਦਾ ਸਕੈਂਡਲ ਆਂਦਾ ਹੈ, ਕਦੀ ਮਾਲਮ ਜੱਬੇ ਦਾ, ਕਦੀ BRT ਦਾ, ਕਦੀ ਅਲਕਾਦਰ ਯੂਨੀਵਰਸਿਟੀ ਦਾ, ਔਰ ਇਹ ਸਿਲਸਿਲਾ ਜਾਰੀ ਰਿਹਾ। ਔਰ ਨਾਲ ਸ਼ੋਰ ਵੀ ਪਾਈ ਰੱਖਿਆ ਕਿ ਅਸੀਂ ਚੋਰੀ ਨਹੀਂ ਕਰਦੇ, ਅਸੀਂ ਚੋਰ ਫੜਨ ਆਏ ਹਾਂ, ਸਾਡਾ ਵਾਹਿਦ ਏਜੰਡਾ ਹੈ ਇਸ ਮੁਲਕ 'ਚ ਚੋਰ ਪਕੜਨਾ। ਔਰ ਪਤਾ ਚੱਲਿਆ ਵੀ ਖੁਦ ਜਿਹੜਾ ਹੈ ਉਹ ਚੋਰੀ ਦੇ ਰਿਕਾਰਡ ਕਾਇਮ ਕਰ ਦਿੱਤੇ। ਉਹ ਚਾਹੇ ਚੀਨੀ ਸਕੈਂਡਲ ਹੋਵੇ, ਚਾਹੇ ਖਾਦ ਸਕੈਂਡਲ ਹੋਵੇ, ਚਾਹੇ ਰੂਡਾ ਸਕੈਂਡਲ ਹੋਵੇ, ਚਾਹੇ ਅਲਕਾਦਰ ਯੂਨੀਵਰਸਿਟੀ ਸਕੈਂਡਲ ਹੋਵੇ। ਇਹ ਇਤਨੇ ਵੱਡੇ ਸਕੈਂਡਲ ਨੇ ਕਿ ਇਹ ਪਾਕਿਸਤਾਨ ਦੀ ਤਾਰੀਖ ਦੀ ਸਭ ਤੋਂ ਵੱਡੀ ਕਰਪਸ਼ਨ ਜਿਹੜੀ ਹੈ ਉਹ ਇਸ ਦੌਰ ਦੇ ਅੰਦਰ ਹੋਈ ਹੈ। ਔਰ ਮੈਂ ਸਮਝਣਾ ਕਿ ਉਹਦੇ ਵਿੱਚ ਜਿਹੜਾ ਰਾਵੀ ਅਰਬਨ ਡਿਵੈਲਪਮੈਂਟ ਅਥਾਰਟੀ ਵਾਲਾ ਸਕੈਂਡਲ ਆ ਰਿਹਾ ਹੈ, ਇਹਦੇ ਸੁਪਰੀਮ ਕੋਰਟ ਨੇ ਵੀ ਇਸ ਦੀ ਮੁਖਾਲਫਤ ਕੀਤੀ ਔਰ ਸੁਪਰੀਮ ਕੋਰਟ ਨੇ ਵੀ ਉਹਦੇ ਉੱਤੇ ਹੁਕਮ ਸਾਦਰ ਫਰਮਾਇਆ। ਲੇਕਿਨ ਇੰਤਹਾਈ ਹੱਡ ਧਰਮੀ ਹੈ ਕਿ ਅੱਜ ਵੀ ਉਸ ਰੂਡਾ ਦੇ ਤਹਿਤ ਕਾਸ਼ਤਕਾਰਾਂ ਨੂੰ ਬੇਦਖਲ ਕੀਤਾ ਗਿਆ। ਉਹਨਾਂ ਦੀਆਂ ਖੜੀਆਂ ਹੋਈਆਂ ਫਸਲਾਂ ਜਿਹੜੀਆਂ ਨੇ, ਖਾਸ ਕਰਕੇ ਗੰਦਮ ਦੀ ਫਸਲ ਜਿਹੜੀ ਸਾਡੀ ਜ਼ਰੂਰਤ ਹੈ, ਉਹ ਫਸਲਾਂ ਵੀ ਉਜਾੜ ਦਿੱਤੀਆਂ ਗਈਆਂ ਔਰ ਆਪਣੇ ਪ੍ਰਾਈਵੇਟ ਡਿਵੈਲਪਰਸ ਨੂੰ ਉਹ ਸਾਰੀਆਂ ਚੀਜ਼ਾਂ ਦਿੱਤੀਆਂ ਗਈਆਂ, ਉਹ ਜ਼ਮੀਨਾਂ ਦਿੱਤੀਆਂ ਗਈਆਂ, ਉੱਥੇ ਡਿਵੈਲਪਮੈਂਟ ਹੋ ਰਹੀ ਹੈ। ਔਰ ਇੱਕ ਨਵਾਂ ਸ਼ਹਿਰ ਆਬਾਦ ਕਰਨ ਦੇ ਚੱਕਰ ਵਿੱਚ ਹਜ਼ਾਰਾਂ ਏਕੜ ਜਿਹੜੀ ਅਰਾਜ਼ੀ ਹੈ ਉਹਦੇ ਉੱਤੇ ਆਪਣੇ ਮਾਲੀ ਸਹੂਲਤਕਾਰਾਂ ਨੂੰ ਫਾਇਦਾ ਪਹੁੰਚਾਉਣ ਕਾਰਨ ਉਹ ਸਾਰਾ ਕੀਤਾ। ਔਰ ਬੜੀ ਹੀ ਤਸ਼ਵੀਸ਼ ਦੀ ਸੂਰਤ ਹਾਲ ਹੈ ਕਿ ਪੂਰਾ ਪੰਜਾਬ ਜਿਹੜਾ ਹੈ ਉਹ ਇਸ ਟਾਈਮ ਬੇਸਰੋ ਸਮਾਨੀ ਦੇ ਆਲਮ ਵਿੱਚ ਹੈ। ਉੱਥੇ ਕਿਸੇ ਨੂੰ ਕੋਈ ਜਿਹੜਾ ਹੈ ਕਿ ਹਕੂਮਤੀ ਖਜ਼ਾਨੇ ਦੇ ਵਿੱਚ ਕਿਸੇ ਦਾ ਕੋਈ ਰਾਈ ਭਰ ਵੀ ਹਿੱਸਾ ਨਹੀਂ ਹੈ ਕਿ ਕਿਸੇ ਦੀ ਡਿਵੈਲਪਮੈਂਟ ਹੋਣੀ ਹੈ, ਕਿਸੇ ਨੂੰ ਉੱਥੋਂ ਕੋਈ ਅਸੀਂ ਉਸ ਦੀ ਬੁਨਿਆਦੀ ਜ਼ਰੂਰਤਾਂ ਪੂਰੀਆਂ ਕਰਨੀਆਂ ਨੇ। ਬਲਕਿ 4 ਅਜ਼ਲਾ ਦੇ ਅੰਦਰ ਜਿੱਥੇ ਜਿੱਥੇ ਉਹ ਖੁਦ ਮੈਂਬਰ ਨੇ ਜਾਂ ਉਹਨਾਂ ਦੀਆਂ ਔਲਾਦਾਂ ਮੈਂਬਰ ਨੇ, ਵਜ਼ੀਰ ਆਲਾ ਸਾਹਿਬ ਸਿਰਫ ਉਹਨਾਂ ਨੂੰ ਟਾਰਗੇਟ ਕੀਤਾ ਹੋਇਆ ਹੈ। ਔਰ ਉਹ ਇੱਕ ਜ਼ਿਲ੍ਹੇ ਦੇ ਜਿਹੜੇ ਪੈਸੇ ਨੇ ਉਹ ਸਿਰਫ ਇੱਕ ਕੌਂਸਟੀਚੁਐਂਸੀ ਵਿੱਚ ਲਾਈ ਜਾ ਰਹੇ ਨੇ। ਉਹ ਚਾਹੇ ਮੰਡੀ ਬਹਾਉਦੀਨ ਹੋਏ, ਚਾਹੇ ਗੁਜਰਾਤ ਹੋਏ, ਚਾਹੇ ਮੂਨਸ ਇਲਾਹੀ ਸਾਹਿਬ ਦਾ ਹਲਕਾ ਹੋਏ, ਬਾਕੀ ਸਾਰਾ ਪੰਜਾਬ ਇਸ ਟਾਈਮ ਸਿਹਤ ਦੀਆਂ ਸਹੂਲਤਾਂ ਤੋਂ ਵੀ ਮਹਿਰੂਮ ਹੈ, ਤਾਲੀਮ ਦੀ ਸਹੂਲਤ ਤੋਂ ਵੀ ਮਹਿਰੂਮ ਹੈ ਔਰ ਬਾਕੀ ਰੋਡ ਇਨਫਰਾਸਟ੍ਰਕਚਰ ਪੂਰੇ ਪੰਜਾਬ ਦਾ ਤਬਾਹ ਹੋਇਆ ਹੈ। ਕੋਈ ਉਸ ਦਾ ਪੁਰਸਾਨੇ ਹਾਲ ਨਹੀਂ। ਤੇ ਇਹਨਾਂ ਸਾਰੀਆਂ ਇਹ ਗੁਜ਼ਾਰਿਸ਼ਾਤ ਨੇ ਜਿਹੜੀਆਂ ਕਿ ਅਸੀਂ ਚਾਹੁੰਦੇ ਹਾਂ ਕਿ ਤੁਹਾਡੇ ਵਿਸਾਤਤ ਨਾਲ ਪੂਰੇ ਪੰਜਾਬ ਦੇ ਅੰਦਰ ਅਸੀਂ ਇਹਨਾਂ ਨੂੰ ਲੋਕਾਂ ਨਾਲ ਸ਼ੇਅਰ ਕਰ ਸਕੀਏ ਔਰ ਲੋਕਾਂ ਨੂੰ ਇਹ ਦੱਸ ਸਕੀਏ ਕਿ ਇਤਨੇ ਡਿਕਟੇਟਰ ਮਾइंड ਹੈ ਨੇ, ਇਤਨੀ ਇਹਨਾਂ ਦੀ ਆਮਰਾਨਾ ਸੋਚ ਹੈ ਔਰ ਜ਼ਹਨੀਅਤ ਹੈ ਕਿ ਖਾਨ ਸਾਹਿਬ ਆਖਦੇ ਨੇ ਕਿ ਮੈਂ ਅਸੈਂਬਲੀ ਡਿਸੋਲਵ ਕਰਾਂਗਾ, ਜਿਹੜਾ ਕਿ ਸਟੇਕ ਹੋਲਡਰ ਹੀ ਨਹੀਂ ਹੈ, ਜਿਹੜਾ ਖੁਦ ਪਾਰਲੀਮਾਨ ਨੂੰ ਬੇਤੌਕੀਰ ਔਰ ਬੇਹੈਸੀਅਤ ਕਰਦਾ ਹੈ ਔਰ ਪਾਰਲੀਮਾਨ ਤੋਂ ਬਾਰ-ਬਾਰ ਅਸਤੀਫੇ ਦੇ ਕੇ ਪਾਰਲੀਮਾਨ ਤੋਂ ਬਾਹਰ ਆਉਂਦਾ ਹੈ। ਪਾਰਲੀਮਾਨ ਹੀ ਇੱਕ ਉਹ ਫੋਰਮ ਹੈ ਜਿਹਦੀ ਸੁਪਰਮੇਸੀ ਲਈ ਅਸੀਂ ਜਾਨਾਂ ਦੀਆਂ ਕੁਰਬਾਨੀਆਂ ਦਿੱਤੀਆਂ ਔਰ ਇਹ ਫਕਤ ਉਸ ਪਾਰਲੀਮਾਨ ਨੂੰ ਬੇਤੌਕੀਰ ਕਰਨ ਲਈ ਆਇਆ ਹੈ ਔਰ ਇੱਥੇ ਪਾਰਲੀਮਾਨੀ ਜਮਹੂਰੀ ਨਿਜ਼ਾਮ ਨੂੰ ਖਤਮ ਕਰਕੇ ਇੱਕ ਪ੍ਰੈਜ਼ੀਡੈਂਸ਼ੀਅਲ ਫਾਰਮ ਆਫ ਗਵਰਨਮੈਂਟ ਚਾਹੁੰਦਾ ਹੈ ਜਿਹਦੀ ਪੂਰੀ ਕੌਮ ਮੁਖਾਲਫਤ ਕਰਦੀ ਹੈ। ਔਰ ਜਿਤਨੇ ਵੀ ਤਰੱਕੀ ਯਾਫਤਾ ਮਮਾਲਿਕ ਨੇ ਉਹਨਾਂ ਦੇ ਵਿੱਚ ਪਾਰਲੀਮਾਨੀ ਜਮਹੂਰੀਅਤ ਜਿਹੜੀ ਹੈ ਉਹ ਹੀ ਸਭ ਤੋਂ ਬਿਹਤਰ ਗਿਣੀ ਜਾਂਦੀ ਹੈ। ਇਹ ਮੈਂ ਸ਼ੁਕਰੀਆ ਅਦਾ ਕਰਾਂਗਾ ਤੁਹਾਡਾ ਔਰ ਮੈਂ ਰਾਜਾ ਸਾਹਿਬ ਨੂੰ ਗੁਜ਼ਾਰਿਸ਼ ਕਰਾਂਗਾ कि वो चंद कलमात और अल्फाज जनाब नाल शेयर करें। बिस्मिल्लाहिर्रहमानिर्रहीम। मैं भी सबसे पहले तो आपका शुक्रगुजार हूँ कि आप यहाँ मौजूद हैं और आप जिस तरह के जनरल सेक्रेटरी साहब ने कहा कि आपको आज जल्दी उठ के आना पड़ा और मैं हमेशा की तरह आपका शुक्रिया अदा करता हूँ कि जब भी आपसे मुलाकात हुई आपको बड़ा हशाश बशाश मैंने पाया। और जनरल सेक्रेटरी साहब ने तो सियासी मामलात पर बात की है। मैं आपसे ये अर्ज़ करना चाहूँगा कि पाकिस्तान को जितने चैलेंजेस दरपेश
जो मुश्किलात हैं उन पर काबू पाने के लिए हमारे पास जो फोरम है वो पार्लियामान है। पार्लियामान को इज़्ज़त और तौकीर देना ही मैं समझता हूँ कि 22 करोड़ लोगों को इज़्ज़त और तौकीर देना है, और तमाम मसाइल का हल अगर हम तलाश कर सकते हैं तो वो पार्लियामान के अंदर है, पार्लियामान के बाहर नहीं है। और पार्लियामान का वजूद में आती इसलिए है कि आप किसी भी मकतबा फ़िक्र के हों, आप कितने ही आपस में जो है वो सियासी मुखालफत हो, लेकिन जब आप पार्लियामान में आएंगे तो उस फोरम पे आकर पाकिस्तान की बात करेंगे, अपना अपना नुक्ता नज़र आप देंगे। लेकिन आज तो उससे एक कदम आगे बढ़कर हमारी ज़रूरत है, वो ये है कि हम सब मिलकर बैठें। मैं तमाम सियासी जमातों से ये अपील करूँगा कि मौजूदा हालात को, अपनी इकॉनमी को सहारा देने के लिए, मुल्क में एक अच्छा और खुशगवार फ़िज़ा कायम करने के लिए एक ऐसा निज़ाम वज़ा करना होगा जिसमें आप सब कंट्रीब्यूट करें, और उसके लिए ज़रूरी है कि आप पार्लियामान में आएँ।